ਮਾਰਗ ਪੰਥ ਇਹੋ ਜਾਣੋ ਬਿਖੜਾ, ਕਿਉ ਪਾਈਐ ਪਿਰ ਪਾਰੇ। ਇਸ ਮਾਰਗ ਨੂੰ ਬਿਖੜਾ ਕਿਉਂ ਕਿਹਾ ਹੈ, ਬਿਖਮ ਕਿਉਂ ਕਿਹਾ ਹੈ, ਇਹ ਹੁਣ ਤੁਸੀਂ ਸਮਝੋਗੇ। ਵੀ ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ। ਬਿਖਮ ਮਾਰਗ ਚੱਲਣਾ ਬੜਾ ਬਿਖੜਾ ਹੈ। ਕਿਉਂ ਹੈ ਬਿਖੜਾ? ਲਾਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤਾ ਨਹੀਂ ਬੋਲਣਾ। ਖੰਨਿਓ ਤਿੱਖੀ ਵਾਲੋਂ ਨਿੱਕੀ। ਏਤ ਮਾਰਗ, ਦੇਖੋ ਇਹ ਕਠਿਨ ਮਾਰਗ ਹੈ। ਜਿਨ੍ਹਾਂ ਨੇ ਜਾਣਿਆ ਹੈ ਉਹਨਾਂ ਨੇ ਤੇ ਇਹਨੂੰ ਕਠਿਨ ਨਹੀਂ ਕਿਹਾ ਹੈ, ਪਰ ਜਿਹੜੇ ਇਸ ਮਾਰਗ ਤੇ ਚੱਲਦੇ ਹਨ ਨਾ, ਉਹਨਾਂ ਵਾਸਤੇ ਬਹੁਤ ਕਠਿਨ ਹੈ, ਬਿਖਮ ਹੈ, ਔਖਾ। ਕਿਉਂ? ਕਿਉਂ ਹੈ ਔਖਾ, ਕਿਉਂ ਹੈ ਕਠਿਨ? ਬਾਹਰ ਧਾਰਮਿਕ ਲੋਕ ਤੇ ਨਹੀਂ ਐਸਾ ਕਹਿੰਦੇ ਹਨ। ਉਹ ਤਾਂ ਕਹਿੰਦੇ ਹਨ ਬਹੁਤ ਸੁਖਾਲਾ ਮਾਰਗ ਹੈ, ਕਕਾਰ ਪਾ ਲਓ, ਨਿਤਨੇਮ ਕਰੋ, ਪਾਠ ਪੂਜਾ ਕਰੋ, ਦਾਨ ਇਸ਼ਨਾਨ ਕਰੋ। ਵੇਖੋ ਕਿੰਨਾ ਸੁਖਾਲਾ ਧਰਮ ਹੈ, ਰੀਤੀ ਨਿਯਮ ਪਾਲ ਲਓ। ਇਵੇਂ ਹੀ ਹਿੰਦੂ ਕਹਿੰਦੇ ਹਨ, ਜੋ ਵੀ ਨਿਯਮ ਹਨ ਉਹ ਪਾਲੋ, ਜਨੇਊ ਪਾ ਲਓ। ਅਤੇ ਹਰ ਧਰਮ ਦੇ ਵਿੱਚ ਹੀ ਬਹੁਤ ਹੀ ਸੁਖਾਲੇ ਨਿਯਮ ਹਨ, ਬਹੁਤ ਕਠਿਨ ਨਹੀਂ ਹਨ। ਫਿਰ ਵੀ ਲੋਕ ਧਾਰਮਿਕ ਵੈਸੇ ਨਿਯਮ ਵੀ ਨਹੀਂ ਪੁਗਾ ਪਾਉਂਦੇ ਹਨ। ਪਰ ਜਿਹੜਾ ਵਾਸਤਵਿਕ ਧਰਮ ਹੈ, ਪਰਮ ਨੂੰ ਪਾਉਣ ਵਾਸਤੇ, ਉਹ ਬਹੁਤ ਕਠਿਨ ਹੈ। ਕਠਿਨ ਇਸ ਕਰਕੇ ਹੈ ਕਿਉਂਕਿ ਆਦਮੀ ਸੰਸਾਰ ਨੂੰ ਛੱਡਣ ਦਾ ਸਾਹਸ ਨਹੀਂ ਕਰ ਪਾਉਂਦਾ, ਝੂਠ ਨੂੰ ਛੱਡਣ ਦਾ ਸਾਹਸ, ਹਿੰਮਤ ਨਹੀਂ ਜੁਟਾ ਪਾਉਂਦਾ। ਬਹੁਤ ਕਠਿਨ ਹੈ। ਸੰਸਾਰ ਨੂੰ ਛੱਡਣ ਦਾ ਬਹੁਤ ਡਰ ਹੈ ਬੰਦੇ ਦੇ ਅੰਦਰ। ਤੁਸੀਂ ਤੇ ਛੋਟੀ ਜਿਹੀ ਚੀਜ਼ ਵੀ ਗੁੰਮ ਹੋ ਜਾਵੇ, ਗਵਾਚ ਜਾਵੇ, ਛੁੱਟ ਜਾਵੇ ਤੇ ਕਿੰਨਾ ਵਿਰਲਾਪ ਕਰਦੇ ਹਨ ਕਈ ਲੋਕ। ਤੇ ਜਦੋਂ ਸਭ ਕੁਝ ਹੀ ਛੁੱਟਿਆ, ਫਿਰ ਐਸਾ ਨਹੀਂ ਹੈ ਬਾਹਰਲਾ ਛੁੱਟਿਆ, ਤੁਹਾਡਾ ਸਰੀਰ ਵੀ ਜਦੋਂ ਛੁੱਟੇਗਾ ਅੰਤ ਸਮੇਂ, ਕੈਸਾ ਦੁੱਖ ਹੋਵੇਗਾ ਜਦੋਂ ਸਭ ਕੁਝ ਛੁੱਟੇਗਾ। ਥੋੜ੍ਹਾ ਵੀ ਛੱਡਣ ਨੂੰ ਚਿੱਤ ਨਹੀਂ ਕਰਦਾ ਹੈ ਬੰਦੇ ਦਾ। ਟੋਟਲ ਛੱਡਣਾ ਹੋਵੇ ਤਾਂ ਬਹੁਤ ਕਠਿਨ ਹੈ ਨਾ। ਫਿਰ ਵੈਸਾ ਜੀਂਦੇ ਜੀ ਕਰਨਾ ਹੋਵੇ, ਜੈਸਾ ਮਰਨ ਵੇਲੇ ਛੁੱਟਦਾ ਹੈ ਤੇ ਆਦਮੀ ਤੜਫਦਾ ਹੈ ਨਾ, ਬਹੁਤ ਦੁੱਖ ਹੁੰਦਾ ਹੈ, ਛੱਡਣ ਨੂੰ ਚਿੱਤ ਨਹੀਂ ਕਰਦਾ, ਪਕੜ ਪਕੜ ਰੱਖਦਾ। ਇਸੇ ਕਰਕੇ ਸੁਰਤ ਉਹਦੀ ਪਿੱਛੇ ਰਹਿ ਜਾਂਦੀ ਹੈ ਨਾ, ਜਾਂਦੀ ਨਹੀਂ ਹੈ। ਜਿੱਥੇ ਮੋਹ ਪਿਆਰ ਹੈ ਉੱਥੇ ਹੀ ਚਿੱਤ ਲੱਗ ਜਾਂਦਾ, ਛੱਡਦਾ ਨਹੀਂ ਹੈ ਬੰਦਾ। ਸਰੀਰ ਛੱਡ ਦਿੰਦਾ ਹੈ, ਦੇਖੋ ਮਨ ਜਿਹੜਾ ਹੈ ਉਹ ਜੁੜਿਆ ਰਹਿ ਜਾਂਦਾ ਉਸੇ ਘਰ ਨਾਲ, ਉਸੇ ਪਰਿਵਾਰ ਨਾਲ।
ਤਦੇ ਆਉਂਦਾ ਹੈ ਵਾਰ-ਵਾਰ। ਤੋ ਉਦੋਂ ਜ਼ਬਰਦਸਤੀ ਛੁਡਾਇਆ ਜਾਂਦਾ ਹੈ ਸਰੀਰ। ਤੇ ਵੈਸਾ ਡਰ, ਵੈਸਾ ਭੈ ਉਹਨੂੰ ਵੀ ਹੁੰਦਾ ਹੈ ਜਿਹੜਾ ਜੀਂਦੇ ਜੀ ਇਹ ਸੰਸਾਰ ਤੋਂ ਚਿੱਤ ਨੂੰ ਹਟਾਉਂਦਾ ਹੈ, ਜਾਂ ਕਹਿ ਲਈਏ ਧਿਆਨ ਨੂੰ ਹਟਾਉਂਦਾ ਹੈ। ਅਭਿਆਸੀ, ਭਗਤ, ਪ੍ਰੇਮੀ। ਤੇ ਉਹਨੂੰ ਵੀ ਡਰ ਤੇ ਲੱਗਦਾ ਹੀ ਹੈ ਨਾ। ਤਦੇ ਕਿਹਾ ਹੈ ਭਗਤਾਂ ਨੇ, ਡਗਮਗ ਛਾੜ ਰੇ ਮਨ ਬੌਰਾ, ਅਬ ਤੂੰ ਜਰੇ ਮਰੇ ਸਿੱਧ ਪਾਈਏ, ਲੀਨੂ ਹਾਸ ਸੰਦੌਰਾ। ਕਹਿੰਦੇ ਹਨ ਡਗਮਗ ਛੱਡ, ਹੁਣ ਡਾਵਾਂ ਡੋਲ ਨਾ ਹੋ। ਜਦੋਂ ਆਦਮੀ ਛੱਡਦਾ ਹੈ ਨਾ ਤਾਂ ਮਨ ਬੜਾ ਹੀ ਡਾਵਾਂ ਡੋਲ ਹੁੰਦਾ ਹੈ। ਛੱਡਾਂ ਕਿ ਨਾ ਛੱਡਾਂ, ਇਹ ਨਾ ਹੋਵੇ ਮੈਂ ਸੰਸਾਰ ਛੱਡ ਦੇਵਾਂ ਤੇ ਅੱਗੇ ਪਰਮਾਤਮਾ ਮਿਲੇ ਨਾ। ਇਸੇ ਕਾਰਨ ਹੀ ਸਹਾਰੇ ਦੀ ਲੋੜ ਹੁੰਦੀ। ਸਹਾਰੇ ਦੀ ਲੋੜ ਇਸ ਕਾਰਨ ਹੀ ਪੈਂਦੀ ਹੈ, ਡਰ ਦੇ ਕਾਰਨ। ਤੇ ਡਰਦਾ ਹੈ, ਸੂਰਮਾ ਵੀ ਡਰਦਾ ਹੈ। ਇਸ ਕਾਰਨ ਜਿਹੜੇ ਸੂਰਮੇ ਹਨ, ਬਾਹਰ ਮੈਦਾਨੇ ਜੰਗ ਦੇ ਵਿੱਚ ਜੂਝਣ ਵਾਲੇ, ਵੈਸੇ ਹੀ ਉਹ ਗੁਰਮੁਖਾਂ ਨੂੰ ਵੀ ਕਹਿੰਦੇ ਹਨ। ਪਰ ਉਹਨਾਂ ਨਾਲੋਂ ਵੀ ਜ਼ਿਆਦਾ ਸੂਰਮਤਾਈ ਹੈ ਜਿਹੜੇ ਸੰਸਾਰ ਵਿੱਚੋਂ ਚਿੱਤ ਹਟਾਉਂਦੇ ਹਨ। ਖਿਆਲ ਵਿੱਚ ਰੱਖੋ, ਜਿਹੜੇ ਬਾਹਰ ਲੜਦੇ ਹਨ ਦੁਸ਼ਮਣਾਂ ਦੇ ਨਾਲ, ਵੈਰੀਆਂ ਦੇ ਨਾਲ, ਉਹਨਾਂ ਨੂੰ ਤਾਂ ਬਚਣ ਦਾ ਵੀ ਖਿਆਲ ਹੁੰਦਾ ਹੈ ਵੀ ਸ਼ਾਇਦ ਬਚ ਜਾਈਏ। ਪਰ ਜਿਹੜਾ ਵਾਸਤਵਿਕ ਵੈਰੀਆਂ ਦੇ ਨਾਲ ਲੜਦਾ ਹੈ, ਉਹਨੂੰ ਤਾਂ ਬਚਣ ਦੀ ਵੀ ਨਹੀਂ ਨਾ ਆਸ ਹੁੰਦੀ। ਇੱਥੇ ਤਾਂ ਜ਼ਿਆਦਾ ਸੂਰਮਤਾਈ ਚਾਹੀਦੀ ਹੈ। ਤਦੇ ਕਿਹਾ ਹੈ ਨਾ, ਸੂਰੇ ਸੇ ਨਾ ਆਖੀਏ ਭਿੜ ਮਰੇ ਭਿੜ ਸੂਰ, ਸੂਰੇ ਸੇ ਹੀ ਨਾਨਕਾ ਜਿਨ ਮਨ ਸਦਾ ਹਦੂਰ। ਕਹਿੰਦੇ ਵਾਸਤਵਿਕ ਸੂਰਮੇ ਤਾਂ ਇਹ ਹਨ ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਜਿੱਤ ਲਿਆ। ਮਨ ਜੀਤੈ ਜਗ ਜੀਤ। ਬਾਹਰ ਕੋਈ ਵੀ ਐਸਾ ਸੂਰਮਾ ਨਹੀਂ ਹੈ ਜਿਹੜਾ ਸਾਰੇ ਸੰਸਾਰ ਨੂੰ ਜਿੱਤ ਸਕੇ, ਪਰ ਅੰਦਰਲੇ ਸੂਰਮੇ ਨੂੰ ਐਸਾ ਕਿਹਾ ਹੈ ਜਿਹੜਾ ਮਨ ਨੂੰ ਜਿੱਤ ਲੈਂਦਾ ਹੈ ਨਾ, ਉਹਨੇ ਸਮਝ ਲਓ ਸਾਰੇ ਸੰਸਾਰ ਨੂੰ ਜਿੱਤ ਲਿਆ। ਬਹੁਤ ਵੱਡਾ ਸੂਰਮਾ। ਇਸ ਕਾਰਨ ਹੀ ਵਾਸਤਵਿਕ ਦੇ ਵਿੱਚ ਪਰਮਾਤਮਾ ਦੀ ਖੋਜ ਵਿੱਚ ਵਿਰਲਾ ਕੋਈ ਨਿਕਲਦਾ ਹੈ। ਬਹੁਤ ਘੱਟ ਹੁੰਦੇ ਹਨ ਸੂਰਮੇ ਜਿਹੜੇ ਬਾਹਰਲੇ ਸ਼ਤਰੂਆਂ ਨੂੰ ਮਾਰਦੇ ਹਨ। ਉਹ ਤਾਂ ਬਹੁਤ ਹੁੰਦੇ ਹਨ ਜਿਹੜੇ ਵਾਸਤਵਿਕ ਸ਼ਤਰੂ ਨੂੰ ਮਾਰਦੇ ਹਨ, ਜਿਹਦਾ ਕਰਕੇ ਜਨਮ ਮਰਨ ਤੋਂ ਛੁਟਕਾਰਾ ਹੋ ਜਾਂਦਾ। ਵੈਸੇ ਸੂਰਮੇ ਬਹੁਤ ਘੱਟ ਹਨ, ਘੱਟ ਹੁੰਦੇ ਹਨ। ਇਸਤਰੀਆਂ ਤਾਂ ਹੋਰ ਘੱਟ ਹਨ, ਕਿਉਂਕਿ ਸਾਹਸ ਕਰਨਾ ਬਹੁਤ ਕਠਿਨ ਹੈ ਇਸਤਰੀ ਵਾਸਤੇ। ਡਰਦੀ ਹੈ, ਭੈਭੀਤ ਹੈ। ਕਬੀਰ ਜੀ ਜਦੋਂ ਕਹਿ ਰਹੇ ਹਨ ਵੀ ਮੈਨੂੰ ਡਰ ਲੱਗ ਰਿਹਾ ਹੈ, ਮੇਰਾ ਮਨ ਡਗਮਗ ਕਰ ਰਿਹਾ ਹੈ, ਤੇ ਆਪਣੇ ਹੌਸਲਾ ਦੇ ਰਹੇ ਹਨ ਮਨ ਨੂੰ। ਤੇ ਹੌਸਲਾ ਕਿਵੇਂ ਦੇ ਰਹੇ ਹਨ? ਇੱਕ ਪ੍ਰਮਾਣ ਦੇ ਕੇ, ਵੀ ਜਿਵੇਂ ਸਤੀ ਹੈ ਨਾ, ਤੇ ਉਹ ਤੇ ਸੜਨ ਚੱਲੀ ਹੈ,
ਉਹਦੇ ਹੱਥ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਸੰਧੂਰ ਦੇ ਦਿੰਦੇ ਸਨ, ਜਾਂ ਨਾਰੀਅਲ ਸੰਧੂਰ ਵਾਲਾ ਦੇ ਦਿੰਦੇ ਸਨ, ਫੜਾ ਦਿੰਦੇ ਸਨ, ਅਤੇ ਉਹਨੂੰ ਪਤਾ ਲੱਗ ਜਾਂਦਾ ਸੀ ਮੈਂ ਹੁਣ ਸਤੀ ਹੋਣਾ। ਅਤੇ ਉਹ ਕਹਿੰਦੇ ਹਨ ਵੀ ਅਗਰ ਸਤੀ ਦਾ ਪਿੱਛੇ ਭਾਂਡਿਆਂ ਵੱਲ ਧਿਆਨ ਰਹਿ ਗਿਆ, ਸੱਚੀ ਕੇ ਸਾਚੇ ਭਾਂਡੇ ਸਾਂਭਣ ਲੱਗ ਪਈ, ਅਤੇ ਫਿਰ ਤਾਂ ਉਹਦਾ ਮਨ ਪਿੱਛੇ ਰਹਿ ਗਿਆ ਨਾ, ਉਹ ਸਤੀ ਥੋੜ੍ਹੀ ਹੋਵੇਗੀ। ਜਿਹਦਾ ਮਨ ਘਰ ਦੇ ਵਿੱਚ ਆ, ਭਾਂਡਿਆਂ ਦੇ ਵਿੱਚ, ਭਾਂਡੇ ਕਹਿ ਲਈਏ ਪਰਿਵਾਰ ਵਿੱਚ, ਬੱਚਿਆਂ ਵਿੱਚ ਰਹਿ ਗਿਆ, ਉਹ ਸਤੀ ਥੋੜ੍ਹੀ ਹੋਵੇਗੀ। ਧਿਆਨ ਤੇ ਪਿੱਛੇ ਰਹਿ ਗਿਆ। ਇਵੇਂ ਹੀ ਕਬੀਰ ਜੀ ਕਹਿ ਰਹੇ ਹਨ, ਸੂਰ ਕੇ ਸਨਮੁਖ ਰਣ ਤੇ ਡਰ ਪਏ, ਸੱਚੀ ਕੇ ਸਾਚੇ ਭਾਂਡੇ। ਕਹਿੰਦੇ ਹਨ ਵੀ ਉਹ ਸੂਰਮਾ ਕਾਹਦਾ ਜਿਹੜਾ ਰਣ ਦੇ ਵਿੱਚ ਡਰਦਾ ਹੈ, ਮੈਦਾਨੀ ਜੰਗ ਦੇ ਵਿੱਚ ਡਰਦਾ ਹੈ। ਡਰਦਾ ਕਿਉਂ ਹੈ? ਕਿਉਂਕਿ ਧਿਆਨ ਪਿੱਛੇ ਚਲੇ ਜਾਂਦਾ ਹੈ। ਜਿਹਦਾ ਵੀ ਧਿਆਨ ਪਿੱਛੇ ਘਰ ਵੱਲ, ਪਰਿਵਾਰ ਵੱਲ ਚਲੇ ਗਿਆ, ਉਹ ਹੀ ਡਰੇਗਾ ਵੀ ਮੈਂ ਮਰ ਗਿਆ ਅਤੇ ਪਿਛਲਿਆਂ ਦਾ ਕੀ ਹੋਊਗਾ, ਪਰਿਵਾਰ ਦਾ ਕੀ ਹੋਊਗਾ। ਅਤੇ ਜਿਹਦਾ ਧਿਆਨ ਘਰ ਵੱਲ, ਪਰਿਵਾਰ ਵੱਲ ਚਲੇ ਗਿਆ, ਉਹ ਸੂਰਮਾ ਸ਼ਹੀਦ ਨਹੀਂ ਹੋਵੇਗਾ, ਮਰ ਵੀ ਗਿਆ, ਕਿਉਂਕਿ ਧਿਆਨ ਤੇ ਪਿੱਛੇ ਹੀ ਰਹਿ ਗਿਆ ਨਾ। ਅਤੇ ਉਹ ਸੂਰਮਾ ਹੀ ਨਹੀਂ ਹੈ ਜਿਹੜਾ ਮੈਦਾਨੀ ਜੰਗ ਦੇ ਵਿੱਚ ਜਾ ਰਿਹਾ ਹੈ ਅਤੇ ਧਿਆਨ ਪਿੱਛੇ ਘਰ ਵੱਲ, ਪਰਿਵਾਰ ਵੱਲ, ਬੱਚਿਆਂ ਵੱਲ, ਵੀ ਉਹਨਾਂ ਦਾ ਕੀ ਬਣੂ। ਫਿਰ ਤਾਂ ਉਹ ਲੜੇਗਾ ਨਹੀਂ ਨਾ। ਸੂਰਮਾ ਤਾਂ ਉਹ ਹੈ ਜਿਹੜੇ ਪਿਛਲੀ ਚਿੰਤਾ ਹੀ ਛੱਡ ਦਿੰਦਾ, ਪਿਛਲਾ ਖਿਆਲ ਹੀ ਛੱਡ ਦਿੰਦਾ, ਮੈਦਾਨੀ ਜੰਗ ਦੇ ਵਿੱਚ ਉਤਰ ਜਾਂਦਾ ਹੈ, ਦੁਸ਼ਮਣਾਂ ਦੇ ਸਾਹਮਣੇ ਖੜ੍ਹਾ ਹੋ ਜਾਂਦਾ ਹੈ, ਲਲਕਾਰਦਾ ਹੈ ਆਓ। ਅਤੇ ਜਦੋਂ ਦੁਸ਼ਮਣਾਂ ਨੂੰ ਦੇਖਦਾ ਹੈ, ਚਾਰ ਛਪੇਰੇ ਦੁਸ਼ਮਣ ਖੜੇ ਹੋਏ, ਫਿਰ ਡਰ ਤਾਂ ਲੱਗਦਾ ਹੀ ਹੈ ਨਾ। ਜਿਵੇਂ ਕਹਿੰਦੇ ਹਨ, ਅਰਜਨ ਡਰਿਆ ਸੀ ਦੁਸ਼ਮਣਾਂ ਨੂੰ ਖੜੇ ਦੇਖ ਕੇ ਚਾਰੋਂ ਤਰਫ, ਅਤੇ ਅਰਜਨ ਦੀ ਸਹਾਇਤਾ ਕੀਤੀ ਸੀ ਕ੍ਰਿਸ਼ਨ ਨੇ। ਇਹ ਪ੍ਰਤੀਕ ਕਹਾਣੀ ਨੂੰ ਇਉਂ ਸਮਝੋ ਵੀ ਜਦੋਂ ਵੀ ਭਗਤ ਡਰਦਾ ਹੈ ਨਾ, ਸਾਧਕ ਡਰਦਾ ਹੈ, ਅਤੇ ਉਦੋਂ ਕੋਈ ਸਹਾਰਾ ਚਾਹੁੰਦਾ ਹੈ, ਅਤੇ ਜਿਹਦਾ ਉਹ ਸਹਾਰਾ ਲੈਂਦਾ ਹੈ ਉਹ ਹੀ ਗੁਰੂ ਹੈ। ਗੁਰੂ ਸਹਾਰਾ ਦਿੰਦਾ ਹੈ, ਉਹਨੂੰ ਹੌਸਲਾ ਦਿੰਦਾ ਹੈ, ਉਹਨੂੰ ਕਹਿੰਦਾ ਹੈ ਤਕੜਾ ਹੋ ਜਾ, ਤੂੰ ਡਰ ਨਾ, ਨਿਡਰ ਹੋ ਕੇ ਲੜ। ਆਪਾਂ ਵੀ ਕਹਿੰਦੇ ਹਾਂ ਨਾ, ਕਈ ਵਾਰ ਤੁਸੀਂ ਵੀ ਕਹਿੰਦੇ ਹੋ ਫਲਾਨਾ ਬੰਦਾ ਬੜਾ ਨਿਡਰ ਹੈ। ਨਿਡਰ ਜਿਹੜਾ ਹੈ ਉਹਦੇ 'ਚ ਡਰ ਤਾਂ ਹੈਗਾ ਹੀ ਆ, ਨਿਡਰ ਦੇ ਵਿੱਚ ਡਰ ਤਾਂ ਹੁੰਦਾ ਹੈ, ਪਰ ਡਰ ਦੇ ਬਾਵਜੂਦ ਵੀ ਉਹ ਜਾਂਦਾ ਹੈ ਅੱਗੇ, ਵੱਧਦਾ ਹੈ। ਡਰ ਦੇ ਬਾਵਜੂਦ ਵੀ ਉਹ ਕਰਦਾ ਹੈ। ਉਹ ਨਿਰਭੈ ਨਹੀਂ ਹੈ। ਨਿਰਭੈ ਦਾ ਅਰਥ ਹੁੰਦਾ ਹੈ ਭੈ ਰਹਿਤ। ਜਿਹਦੇ ਅੰਦਰ ਭੈ ਹੈ ਹੀ ਨਹੀਂ, ਉਹਨੂੰ ਨਿਡਰ ਨਹੀਂ ਕਹਿ ਸਕਦੇ ਤੁਸੀਂ। ਬਾਬੇ ਨਾਨਕ ਨੂੰ, ਕਬੀਰ ਜੀ ਨੂੰ ਨਿਡਰ ਨਹੀਂ, ਉਹ ਨਿਰਭੈ ਹਨ। ਉਹਨਾਂ ਅੰਦਰ ਡਰ ਬਚਿਆ ਹੀ ਨਹੀਂ, ਡਰਨ ਵਾਲਾ ਹੀ ਨਹੀਂ ਬਚਿਆ, ਅਤੇ ਡਰ ਕਿੱਥੋਂ ਬਚੂਗਾ। ਅਤੇ ਜਿਹੜਾ ਨਿਡਰ ਹੈ, ਸੂਰਬੀਰ ਹੈ, ਸੂਰਮਾ ਹੈ, ਡਰ ਤਾਂ ਉਹਨੂੰ ਹੈ ਹੀ, ਡਰਦਾ ਤਾਂ ਹੈ ਹੀ, ਫਿਰ ਵੀ ਉਹ ਕਰਦਾ ਹੈ, ਲੜਦਾ ਹੈ, ਜੂਝਦਾ ਹੈ। ਅਤੇ ਗੁਰੂ ਸਾਧਕ ਨੂੰ ਹਿੰਮਤ ਦਿੰਦੇ ਹਨ, ਸਾਹਸ, ਕਹਿੰਦੇ ਹਨ ਅਸੀਂ ਤੇਰੇ ਨਾਲ ਹਾਂ। ਫਿਰ ਜਿਹੜੇ ਸਾਧਕ ਅਰਜਨ ਵਰਗੇ ਹੁੰਦੇ ਹਨ, ਕਹਿ ਲਈਏ ਪਾਂਡਵਾਂ ਵਰਗੇ ਹੁੰਦੇ ਹਨ, ਕਮਜ਼ੋਰ ਸੀ ਨਾ ਪਾਂਡਵ, ਤਾਂ ਉਹਨਾਂ ਨੇ ਦੇਖਿਆ ਸੀ ਵੀ ਅਸੀਂ ਲੜ ਨਹੀਂ ਸਕਦੇ ਹਾਂ, ਉੱਧਰ ਬਹੁਤ ਤਕੜੀ ਸੈਨਾ ਹੈ, ਬਹੁਤ ਤਕੜੇ ਯੋਧੇ ਹਨ,
ਤਾਂ ਉਹਨਾਂ ਨੇ ਸਾਥ ਚੁਣਿਆ ਸੀ। ਕਿਹਦਾ ਸਾਥ ਚੁਣਿਆ ਸੀ? ਜਿਹੜਾ ਜਾਣਦਾ ਸੀ ਯੁੱਧ ਕਰਨਾ। ਕ੍ਰਿਸ਼ਨ ਨੇ ਯੁੱਧ ਬਹੁਤ ਕੀਤੇ ਸਨ, ਬਹੁਤ ਅਨੁਭਵੀ ਸਨ, ਜਿੱਤੇ ਸਨ। ਤੇ ਜਿਨ੍ਹਾਂ ਨੇ ਯੁੱਧ ਜਿੱਤੇ ਹਨ, ਫਤਿਹ ਪ੍ਰਾਪਤ ਕੀਤੀ ਹੈ, ਮਨ ਜੀਤਿਆ ਜਗ ਜੀਤ। ਫਿਰ ਉਹਨਾਂ ਦੇ ਸਹਾਰੇ ਦੇ ਨਾਲ ਹੀ ਯੁੱਧ ਜਿੱਤਿਆ ਜਾ ਸਕਦਾ ਹੈ ਨਾ। ਤੇ ਪਾਂਡਵਾਂ ਨੇ ਸਹਾਰਾ ਲਿਆ ਸੀ ਕ੍ਰਿਸ਼ਨ। ਤੇ ਕ੍ਰਿਸ਼ਨ ਨੂੰ ਪਤਾ ਸੀ ਯੁੱਧ ਦੇ ਮੈਦਾਨ ਦੇ ਵਿੱਚ ਕਿਸ ਢੰਗ ਦੇ ਨਾਲ ਲੜਨਾ, ਕਿਵੇਂ ਯੋਧਿਆਂ ਨੂੰ ਖਤਮ ਕਰਨਾ ਹੈ, ਦੁਸ਼ਮਣਾਂ ਨੂੰ ਖਤਮ ਕਰਨਾ ਹੈ, ਮਾਰ ਮਕਾਉਣਾ ਹੈ। ਤੇ ਸਾਰਿਆਂ ਨੂੰ ਵਧੀਆ ਇਹ ਗੱਲ ਰਹੀ ਵੀ ਪਾਂਡਵਾਂ ਨੇ ਉਹਨਾਂ ਨੂੰ ਰਥਵਾਹੀ ਬਣਾ ਲਿਆ, ਮੋਹਰੀ ਬਣਾ ਲਿਆ। ਤੇ ਕ੍ਰਿਸ਼ਨ ਨੇ ਹੀ ਯੁੱਧ ਜਿਤਵਾਇਆ ਹੈ, ਪਾਂਡਵ ਇਕੱਲੇ ਨਹੀਂ ਸੀ ਜਿੱਤ ਸਕਦੇ। ਇਹ ਪ੍ਰਤੀਕ ਕਹਾਣੀ ਹੈ। ਜਿਹੜਾ ਹੀ ਇਉਂ ਸਹਾਰਾ ਲੈ ਲੈਂਦਾ ਹੈ, ਰਥਵਾਹੀ ਬਣਾ ਲੈਂਦਾ ਹੈ, ਜਿਹਨੂੰ ਰਥਵਾਹੀ ਬਣਾਉਂਦਾ ਹੈ ਉਹ ਹੀ ਗੁਰੂ ਹੈ। ਤੇ ਦੁਸ਼ਮਣ ਕੌਣ ਹਨ? ਕਾਮ, ਕ੍ਰੋਧ, ਲੋਭ, ਅਹੰਕਾਰ। ਇਹ ਦੁਸ਼ਮਣ ਹਨ। ਤੇ ਇਹਨਾਂ 'ਤੇ ਉਹ ਵਿਜੇ ਪ੍ਰਾਪਤ ਕਰਦਾ ਹੈ ਉਹਦੀ ਕਿਰਪਾ ਦੇ ਨਾਲ, ਜਿਹਨੂੰ ਰਥਵਾਹੀ ਬਣਿਆ ਹੋਇਆ ਹੈ। ਉਹ ਹੀ ਗੁਰੂ ਹੈ। ਤੇ ਸੂਰਮਾ ਵੀ ਡਰਦਾ ਹੈ, ਸਾਹਸੀ ਵੀ ਡਰਦਾ ਹੈ। ਇਸ ਕਰਕੇ ਉਹ ਸਹਾਰਾ ਲੈਂਦਾ ਹੈ।